परम सन्मानयोग गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सत संगी जनों, पहला आप जी ने गुरु नानक साहिब जी की पहली उदासी, दूजी ते तीजी उदासी सरवण की सी ते अज हुण आपां गुरु नानक साहिब जी की चौथी उदासी ते विचार करन लगे हाँ। प्यार नाल जपो जी सतनाम श्री वाहिगुरू। सत संगी जनों, धन श्री गुरु नानक देव जी ने भुल्ले भटकियां नूं तारन वास्ते चौथी उदासी की तैयारी कर ली। वो वजीराबाद, रोहतास, डेरा इस्माइल खां, सखर, पखर, रोडी, शिकारपुर, लड़काना, हैदराबाद, ठट्टा, कराची, जैदा, मक्का, मदीना, बगदाद, बुखारा, समरकंद, काबुल ते हज़ारा आद गए। हुण भाई मरदाना गुरु साहिब अगे बेनती करता है कि मैनू ये तो पता लग गया है कि कोई जात पात नहीं, कोई ऊच नीच नहीं हुंदा, पर सतगुरु मैं मुसलमान दे घर पैदा होया हाँ, हज बिना मेरा पार उतारा नहीं होना। तो गुरु साहिब ने भाई मरदाने की इच्छा पूर्ति लई मक्के जाण का फैसला कर लिया। सतसंगी जनों, हाजियां का भेस बना लिया, नीले वस्त्र पहन लए ते मरदाने नूं नाल लैके हज ते चल पे। कुछ दूर तक गए, हाजियां ने देखिया नानक अखां मीट के बैठे रहंदे ने, ना ये नमाज पढ़ते ने, ना ये सजदा करते ने। धुप बड़ी तेज सी सतसंगी जनों, ते गर्मी भी अत दी सी, पर वो वेखदे हन कि बदलों की छां केवल नानक दे सिर ते उसदे नाल नाल चल रही है। आखो सतनाम श्री वाहिगुरू। वो समझ गए कि ये कोई इलाही नूर है। गुरु साहिब नूं कहा कि हिंदू नूं हज ते जाण दी मनाही है, तुसी क्यों जा रहे हो? तुसी आप तो मरना ही मरना है, नाल सानू भी मराओगे, सानू भी सजा देणगे। हो गुरु साहिब उथों ही हाजियां दे जथे तो अलग हो गए, वखरे हो गए। फिर सतगुरु जी सुल्तानपुर तो चल के पाकपटन पहुँचे, जिथे बाबा फरीद जी का बसेरा सी, जिथे बाबा फरीद जी रहिंदे सन। उन्हां दे 12वें गद्दी नशीन इब्राहिम नाल मुलाकात हुई। उन्हां तो गुरु साहिब ने बाबा फरीद जी की रचना प्राप्त की। कुछ दिन इत्थे रह के अमृत बाणी का प्रचार किया। इत्थे शेख इब्राहिम ने गुरु नानक साहिब की यादगार बनवाई, जिसकी नींह गुरु साहिब कोलों ही रखवाई। फिर पाकपटन तो मुल्तान पीर मखदूम, जो बहाउद्दीन जकरिया का गद्दी नशीन सी, इन्हां ने ही भारत विच सूफी सिलसिला शुरू किया सी। कहते हैं कि सूफियां की मिठी जुबान ने जितने हिंदू मुसलमान बनाए, औरंगजेब की तलवार नहीं बना सकी। इस्लाम
ਅੱਲਾ ਖੁਦਾ ਨੂੰ ਗਾਉਣ ਦੀ ਇਜਾਜ਼ਤ ਨਹੀਂ ਦਿੰਦਾ। ਬੇਸ਼ੱਕ ਕੁਰਾਨ ਸ਼ਰੀਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਲੈਅ ਵਿੱਚ ਪੜ੍ਹਿਆ ਜਾਂਦਾ ਹੈ। ਕਵਾਲੀਆਂ ਤੇ ਧਾਰਮਿਕ ਗਾਇਨ ਸੂਫੀਆਂ ਨੇ ਸ਼ੁਰੂ ਕੀਤੇ। ਇਹਨਾਂ ਨੂੰ ਅੰਤਾਂ ਦੀ ਪ੍ਰਸਿੱਧੀ ਵੀ ਪ੍ਰਾਪਤ ਹੋਈ। ਸੂਫੀ ਮਤ ਵੀ ਇਸਲਾਮ ਦਾ ਹੀ ਹਿੱਸਾ ਸੀ। ਸਤ ਸੰਗੀ ਜਨੋ, ਬਾਬਾ ਫਰੀਦ ਜੀ ਦੀ ਰਚਨਾ ਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਅੱਜ ਤੱਕ ਬੜੇ ਸੁਰ ਤੇ ਉਤਸ਼ਾਹ ਨਾਲ ਸੁਣੀਆਂ ਤੇ ਪੜ੍ਹੀਆਂ ਜਾਂਦੀਆਂ ਹਨ। ਉਹਨਾਂ ਅੰਦਰੋਂ ਜੋ ਵੀ ਅੰਤਰ ਆਤਮਾ ਦੀ ਆਵਾਜ਼ ਚੋਂ ਨਿਕਲਿਆ ਸ਼ਬਦਾਂ ਵਿੱਚ ਪਰੋ ਕੇ ਰੱਖ ਦਿੱਤਾ ਉਹਨਾਂ ਨੇ। ਮੁਲਤਾਨ ਤੋਂ ਊਚ ਦਿਓਗੜ, ਜਿੱਥੇ ਅਬਦੁੱਲਾ ਬੁਖਾਰੀ ਨੂੰ ਮਿਲੇ, ਦਿਓਗੜ ਤੋਂ ਲਖਪਤ, ਜਿਸ ਦਾ ਨਾਮ ਬਦਲ ਕੇ ਬਸਤਾ ਬੰਦਾਰ ਰੱਖ ਦਿੱਤਾ ਗਿਆ ਸੀ। ਇੱਥੇ ਇੱਕ ਬ੍ਰਾਹਮਣ ਦੀ ਹਵੇਲੀ ਸੀ ਜਿੱਥੇ ਕੁਝ ਦਿਨ ਰਹੇ। ਦੂਸਰੀ ਉਦਾਸੀ ਵਿੱਚ ਵੀ ਸ਼੍ਰੀਲੰਕਾ ਦੀ ਵਾਪਸੀ ਸਮੇਂ ਕੁਝ ਦਿਨ ਇੱਥੇ ਠਹਿਰੇ ਸੀ। ਇਹ ਇਲਾਕਾ ਬੰਦਰਗਾਹ ਹੋਣ ਦੇ ਕਾਰਨ ਆਰਥਿਕ ਮਹੱਤਤਾ ਦਾ ਕੇਂਦਰ ਸੀ। ਧਰਮ ਅਸਥਾਨ ਹੋਣ ਕਰਕੇ ਧਾਰਮਿਕ ਕੇਂਦਰ ਵੀ ਹੋ ਗਿਆ। ਇੱਥੇ ਗੁਰੂ ਸਾਹਿਬ ਦੀਆਂ ਖੜਾਵਾਂ ਤੇ ਬਾਬਾ ਸ਼੍ਰੀ ਚੰਦ ਦੀਆਂ ਕੁਝ ਨਿਸ਼ਾਨੀਆਂ ਮੌਜੂਦ ਹਨ। ਇੱਥੇ ਹੀ ਗੁਰੂ ਸਾਹਿਬ ਨੇ ਸਿੱਧਾ ਪੀਰਾਂ ਫਕੀਰਾਂ ਨਾਲ ਦੋਸਤੀ ਕੀਤੀ। ਗੁਰੂ ਨਾਨਕ ਸਾਹਿਬ ਦੀ ਬਾਣੀ ਲੋਕ ਦੂਰ ਦੂਰ ਤੋਂ ਸੁਣਨ ਆਉਂਦੇ। ਇੱਥੋਂ 20 ਮੀਲ ਦੂਰ ਗੁਰੂ ਸਾਹਿਬ ਦੀ ਯਾਦ ਵਿੱਚ ਸਰੋਵਰ ਵੀ ਬਣਵਾਇਆ। ਤੇ ਫਿਰ ਇੱਥੋਂ ਹਿੰਗਲਿਜ ਮੰਦਰ, ਜੋ ਹਿੰਦੂਆਂ ਦੀਆਂ ਸ਼ਕਤੀ ਦੇਵੀਆਂ ਵਿੱਚੋਂ ਇੱਕ ਦੇਵੀ ਦਾ ਮੰਦਰ ਸੀ, ਜਿਸ ਦੇ ਨਾਂ ਤੇ ਉੱਤਰੀ ਭਾਰਤ ਵਿੱਚ ਕਈ ਮੰਦਰ ਸਨ। ਹਜ਼ਾਰਾਂ ਹਿੰਦੂ ਹਰ ਸਾਲ ਇੱਥੇ ਦੇਵੀ ਦਰਸ਼ਨ ਕਰਨ ਲਈ ਆਉਂਦੇ। ਹਿੰਗਲਿਜ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੁਝ ਹੋਰ ਅਸਥਾਨਾਂ ਦੇ ਦਰਸ਼ਨ ਕਰਨੇ ਹੁੰਦੇ ਆ, ਜਿਵੇਂ ਗਣੇਸ਼ ਪੂਜਾ ਅਸਥਾਨ, ਮਾਤਾ ਕਾਲੀ ਮੰਦਰ, ਗੋਰਖਨਾਥ ਧੂਣੀ, ਬ੍ਰਹਮ ਕੁੰਡ, ਤੀਰ ਕੁੰਡ, ਗੁਰੂ ਨਾਨਕ ਖੜਾਓ, ਰਾਮ ਝਰੋਖਾ, ਭੋਰੀ ਪੂਜਾ ਆਦਿ। ਸੋਨ ਮਿਆਮੀ ਬੰਦਰਗਾਹ ਤੋਂ ਮੱਕੇ ਦੀ ਯਾਤਰਾ ਸ਼ੁਰੂ ਕੀਤੀ। ਸਤ ਸੰਗੀ ਜਨੋ, ਦਸੰਬਰ 1519 ਦੇ ਆਸ-ਪਾਸ ਮੱਕੇ ਪਹੁੰਚੇ। ਨੀਲੇ ਬਸਤਰ ਪਾ ਕੇ ਹੱਜ ਤੇ ਜਾਣ ਦੀ ਤਿਆਰੀ ਕਰ ਲਈ। ਹੱਜ ਦੀ ਪਹਿਲੀ ਰਸਮ ਖਾਨੇ ਕਾਬਾ ਤੇ ਨਮਾਜ਼ ਪੜ੍ਹਨਾ ਅਤੇ ਉਸ ਦੇ ਇਰਦ ਗਿਰਦ ਚੱਕਰ ਕੱਟਣ ਨਾਲ ਸ਼ੁਰੂ ਹੁੰਦੀ ਹੈ। ਇਹ ਰਸਮ ਦਿਨ ਦੇ ਉਜਾਲੇ ਵਿੱਚ ਹੁੰਦੀ ਹੈ, ਯਾਨੀ ਦਿਨੇ ਦਿਨੇ ਹੁੰਦੀ ਹੈ, ਰਾਤ ਨੂੰ ਨਹੀਂ ਹੁੰਦੀ। ਰਾਤ ਨੂੰ ਇਹ ਜਗ੍ਹਾ ਹਾਜੀਆਂ ਦੇ ਸੌਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਇੱਥੇ ਗੈਰ ਮੁਸਲਮਾਨਾਂ ਦੇ ਜਾਣ ਦੀ ਮਨਾਹੀ ਹੈ। ਗੁਰੂ ਸਾਹਿਬ ਇੱਥੇ ਮੱਕੇ ਵੱਲ ਪੈਰ ਕਰਕੇ ਲੇਟ ਗਏ, ਲੰਮੇ ਪੈ ਗਏ, ਜਿਸ ਦਾ ਮਤਲਬ ਸੀ ਮੁੱਲਾ ਕਾਜ਼ੀਆਂ ਨੂੰ ਸਮਝਾਉਣਾ ਕਿ ਰੱਬ ਕਿਸੇ ਦਿਸ਼ਾ ਦਾ ਮੁਹਤਾਜ ਨਹੀਂ ਹੈ। ਰੱਬ ਸਰਬ ਵਿਆਪਕ ਹੈ, ਹਰ ਇੱਕ ਦੇ ਅੰਦਰ ਹੈ। ਕਿਸੇ ਜਾਤ, ਬਰਾਦਰੀ, ਫਿਰਕੇ, ਧਰਮ ਵਿੱਚ ਨਹੀਂ ਉਸ ਨੂੰ ਪਾਇਆ ਜਾ ਸਕਦਾ। ਸਿਰਫ ਸ਼ੁਭ ਅਮਲਾਂ ਰਾਹੀਂ ਹੀ ਉਸ ਨੂੰ ਪਾ ਸਕਦੇ ਹੋ। ਕਾਜੀ, ਮੁੱਲਾ ਤੇ ਹਾਜੀਆਂ ਨੇ ਗੁਰੂ ਸਾਹਿਬ ਦੀਆਂ ਦਲੀਲਾਂ ਨੂੰ ਮੰਨ ਲਿਆ ਤੇ ਜਾਣ ਵੇਲੇ ਉਹਨਾਂ ਨੂੰ ਸੱਚ ਦੇ ਪੀਰ ਤੇ ਖੁਦਾ ਦੇ ਸੱਚੇ ਦਰਵੇਸ਼ ਕਿਹਾ। ਨਿਸ਼ਾਨੀ ਵੀ ਮੰਗੀ। ਫਿਰ ਗੁਰੂ ਸਾਹਿਬ ਨੇ ਆਪਣੀਆਂ ਖੜਾਵਾਂ ਦਿੱਤੀਆਂ ਉਹਨਾਂ ਨੂੰ। ਸਤ ਸੰਗੀ ਜਨੋ, ਹੱਜ ਪੂਰਾ ਕਰਨ ਲਈ
ਮੁਸਲਮਾਨਾਂ ਨੂੰ ਹੱਜ ਵਾਲੇ ਦਿਨ ਮੱਕੇ ਦੇ 7 ਚੱਕਰ ਕੱਟਣੇ ਪੈਂਦੇ ਆ। ਪਵਿੱਤਰ ਪੱਥਰ ਨੂੰ ਛੂਹਣਾ ਹੁੰਦਾ ਹੈ, ਚੁੰਮਣਾ ਹੁੰਦਾ ਹੈ, ਜੋ ਮੱਕੇ ਦੀ ਕਾਲੇ ਰੰਗ ਦੀ ਮਸਜਿਦ 'ਤੇ ਲੱਗਿਆ ਹੋਇਆ ਹੈ। ਸਮਝਿਆ ਜਾਂਦਾ ਹੈ ਕਿ ਇਹ ਗੋਲ ਪੱਥਰ ਵੀ ਖੁਦਾ ਦੇ ਘਰੋਂ ਕੁਰਾਨ ਮਜੀਦ ਦੇ ਨਾਲ ਆਇਆ ਸੀ। ਅਗਲੇ ਦਿਨ ਹਰ ਮੁਸਲਮਾਨ ਅਰਾਫਤ ਦੇ ਮੈਦਾਨ ਵਿੱਚ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਇੱਥੇ ਖੜੇ ਹੋ ਕੇ ਹਜ਼ਰਤ ਮੁਹੰਮਦ ਨੇ ਖੁਦਾ ਨੂੰ ਇਸ ਜਗ੍ਹਾ ਨਮਾਜ਼ ਪੜ੍ਹਨ ਵਾਲਿਆਂ ਦੇ ਗੁਨਾਹ ਬਖਸ਼ਣ ਲਈ ਬੇਨਤੀ ਕੀਤੀ ਸੀ। ਅਰਾਫਤ ਤੋਂ ਮੀਨਾ, ਜਿੱਥੇ ਸ਼ੈਤਾਨ ਨੇ ਹਜ਼ਰਤ ਇਬਰਾਹੀਮ ਨੂੰ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਬਹਿਕਾਇਆ ਸੀ, ਇੱਥੇ 3 ਪਿੱਲਰ ਹਨ। ਹਰ ਨਮਾਜ਼ੀ 21 ਠੀਕਰੀਆਂ ਮਾਰਦੇ ਆ, ਜਾਣੀ 7 ਠੀਕਰੀਆਂ ਇੱਕ ਪਿੱਲਰ ਨੂੰ ਮਾਰਦੇ ਆ, ਜੋ ਕਿ ਸ਼ੈਤਾਨ ਦੇ ਪ੍ਰਤੀਕ ਹਨ। ਮਰਦ ਇਹ ਰਸਮਾਂ ਅਦਾ ਕਰਕੇ ਸਿਰ ਦੇ ਵਾਲ ਲੁਹਾ ਲੈਂਦੇ ਆ। ਇਸ ਤਰ੍ਹਾਂ ਮੱਕੇ ਵਿੱਚ ਹੱਜ ਦੀ ਰਸਮ ਪੂਰੀ ਹੁੰਦੀ ਆ। ਹਾਜੀ ਇੱਥੋਂ ਮਦੀਨੇ ਵੱਲ ਚਾਲਾ ਪਾ ਲੈਂਦੇ ਆ। ਹਾਜੀਆਂ ਨੇ 8 ਦਿਨ 40 ਨਮਾਜ਼ਾਂ ਪੜ੍ਹਨੀਆਂ ਹੁੰਦੀਆਂ ਤੇ ਇੱਥੇ ਫਿਰ ਹੱਜ ਪੂਰਾ ਹੋ ਜਾਂਦਾ ਹੈ। ਸਤ ਸੰਗੀ ਜਨੋ, ਜੇ ਇਹ ਸ਼ੁੱਕਰਵਾਰ ਨੂੰ ਪੂਰਾ ਹੋਵੇ ਤਾਂ ਇਸ ਨੂੰ ਅਕਬਰੀ ਹੱਜ ਕਿਹਾ ਜਾਂਦਾ ਹੈ। ਮਰਦਾਨੇ ਨਾਲ ਬਾਬਾ ਨਾਨਕ ਜੀ ਮਦੀਨੇ ਨੂੰ ਚੱਲ ਪਏ। ਮੱਕੇ ਅੰਦਰ ਗੁਰੂ ਸਾਹਿਬ ਦੀ ਮਾਨਤਾ ਹੋਣ ਲੱਗ ਪਈ। ਬਹੁਤ ਸਾਰੇ ਹਾਜੀ ਉਹਨਾਂ ਦੇ ਸਾਥੀ ਪਾਂਧੀ ਬਣ ਗਏ। ਗੁਰੂ ਸਾਹਿਬ ਨੇ ਇਹ ਯਾਤਰਾ ਪੈਦਲ ਹੀ ਤੈਅ ਕੀਤੀ। ਸਤ ਸੰਗੀ ਜਨੋ, ਮਦੀਨੇ ਵਿੱਚ ਹੀ ਮੁਹੰਮਦ ਸਾਹਿਬ ਦਾ ਅਕਾਲ ਚਲਾਣਾ ਵੀ ਹੋਇਆ ਸੀ। ਪਿਆਰਿਓ, ਮਦੀਨੇ ਦੇ ਵਿੱਚ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਇੱਕ ਦਰਵੇਸ਼ ਇਸਲਾਮੀ ਸ਼ਰ੍ਹਾ ਦੇ ਉਲਟ ਪ੍ਰਚਾਰ ਕਰ ਰਿਹਾ ਹੈ, ਤਾਂ ਉਹ ਗੁੱਸੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਸਵਾਲ ਜਵਾਬ ਕਰਨ ਲੱਗੇ। ਪੁੱਛਣ ਲੱਗੇ ਕਿ ਬੰਦੇ ਖੁਦਾ ਤੂੰ ਕੌਣ ਹੈ? ਤਾਂ ਗੁਰੂ ਸਾਹਿਬ ਦਾ ਜਵਾਬ ਸੀ, ਨਾ ਮੈਂ ਹਿੰਦੂ ਨਾ ਮੁਸਲਮਾਨ, ਖੁਦਾ ਦਾ ਬੰਦਾ ਹਾਂ। ਖਲਕਤ ਨੂੰ ਖਾਲਕ ਯਾਦ ਕਰਵਾ ਰਿਹਾ ਹਾਂ। ਮਜ਼ਹਬੀ ਈਰਖਾ ਹੰਕਾਰ ਛੱਡ ਕੇ ਸ਼ੁਭ ਅਮਲ ਹੀ ਖੁਦਾ ਦਾ ਸੱਚਾ ਰਸਤਾ ਹੈ। ਗੁਰੂ ਸਾਹਿਬ ਦੇ ਧਾਰਮਿਕ ਗਿਆਨ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ। ਸਤ ਸੰਗੀ ਜਨੋ, ਮੱਕੇ ਤੋਂ ਬਾਅਦ ਮਦੀਨਾ, ਬਗਦਾਦ, ਫਿਰ ਯੂਰਪ ਦੇ ਕਈ ਟਾਪੂਆਂ 'ਤੇ ਗਏ। ਗੁਰੂ ਸਾਹਿਬ ਨਾਲ ਕਈ ਪਾਂਧੀ ਐਸੇ ਵੀ ਸਨ ਜੋ ਮਰਦਾਨੇ ਵਾਂਗ ਹੀ ਬਾਬੇ ਨਾਨਕ ਦੇ ਰੰਗ ਵਿੱਚ ਰੰਗੇ ਗਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤ ਸੰਗੀ ਜਨੋ, ਇਸ ਵਕਤ ਤੱਕ ਈਸਾਈ ਧਰਮ ਬਹੁਤ ਕਮਜ਼ੋਰ ਹੋ ਚੁੱਕਾ ਸੀ। ਪਾਦਰੀਆਂ ਦੀ ਹਾਲਤ ਹਿੰਦੂਆਂ ਦੇ ਪੁਜਾਰੀ ਮੁੱਲਾਂ ਕਾਜ਼ੀਆਂ ਨਾਲੋਂ ਵੀ ਮਾੜੀ ਸੀ। ਉਹ ਸਵਰਗ ਨਰਕ ਦੇ ਮਾਫੀਨਾਮੇ ਵੇਚ ਕੇ ਜਨਤਾ ਨੂੰ ਗੁੰਮਰਾਹ ਕਰਦੇ ਤੇ ਲੁੱਟਦੇ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਧਰਮ ਦੇ ਨਾਂ 'ਤੇ ਜਨਤਾ ਨਾਲ ਝੂਠ, ਧੋਖਾ ਤੇ ਬੇਈਮਾਨੀ ਕਰਦੇ। ਗੁਰੂ ਸਾਹਿਬ ਪੋਪਾਂ ਤੇ ਪਾਦਰੀਆਂ ਨੂੰ ਮਿਲੇ ਤੇ ਸੱਚੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੱਤੀ। ਬਹੁਤ ਸਾਰੇ ਪਾਦਰੀਆਂ ਨੇ ਬਾਬੇ ਨਾਨਕ ਨੂੰ ਰੂੜਵਾਦੀ ਦਾ ਪਿਟਾਰਾ ਆਖਿਆ। ਜਿਨ੍ਹਾਂ ਕਿਤਾਬਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਇਸ ਫੇਰੀ ਦਾ ਜ਼ਿਕਰ ਸੀ, ਉਹ ਕਿਤਾਬਾਂ ਦੀ ਵਿਕਰੀ ਬੰਦ ਕਰਵਾ ਦਿੱਤੀ। ਗੁਰੂ ਨਾਨਕ ਸਾਹਿਬ ਤੋਂ ਬਾਅਦ ਮਾਰਟਨ ਲੂਥਰ ਨੇ ਇਸ ਸੁਧਾਰ ਦਾ ਜ਼ਿੰਮਾ ਲਿਆ।
ਜਿਸ ਦੇ ਫਲਸਰੂਪ ਈਸਾਈ ਧਰਮ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਕੈਥੋਲਿਕ ਤੇ ਪ੍ਰੋਟੈਸਟੈਂਟ। ਇਸ ਤੋਂ ਬਾਅਦ ਹਸਨ ਅਬਦਾਲ ਤੇ ਕਈ ਥਾਵਾਂ ਤੋਂ ਹੁੰਦੇ ਹੋਏ ਵਾਪਸੀ 'ਤੇ ਉਹ ਏਮਨਾਬਾਦ ਆ ਗਏ ਤੇ ਭਾਈ ਲਾਲੋ ਕੋਲ ਜਾ ਠਹਿਰੇ। ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਬਾਬਰ ਹਿੰਦੁਸਤਾਨ 'ਤੇ ਹਮਲਾ ਕਰਨ ਗਿਆ ਹੈ ਤੇ ਐਮਨਾਬਾਦ 'ਤੇ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ। ਕੁਝ ਚਿਰ ਮਗਰੋਂ ਬਾਬਰ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਸੈਦਪੁਰ ਵਿੱਚ ਆ ਗਈਆਂ। ਬੜੀ ਲੁੱਟਮਾਰ ਕੀਤੀ, ਕੱਟ ਵੱਢ ਹੋਈ। ਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲੁੱਟ ਦਾ ਮਾਲ ਚੁਕਵਾ ਕੇ ਬਾਬਰ ਦੇ ਡੇਰੇ ਵੱਲ ਹਿੱਕਿਆ ਗਿਆ, ਜਿਸ ਵਿੱਚ ਗੁਰੂ ਨਾਨਕ ਸਾਹਿਬ ਵੀ ਸੀ। ਭਾਈ ਮਰਦਾਨੇ ਦੇ ਸਪੁਰਦ ਮੀਰ ਖਾਨ ਸੂਬੇਦਾਰ ਦਾ ਘੋੜਾ ਕੀਤਾ ਗਿਆ। ਬਾਬਰ ਨੇ ਸਭ ਨੂੰ ਕੈਦ ਕਰ ਲਿਆ ਤੇ ਚੱਕੀ ਪੀਸਣ ਤੇ ਲਾ ਦਿੱਤਾ। ਗੁਰੂ ਨਾਨਕ ਸਾਹਿਬ ਚੱਕੀ ਪੀਸਣ ਦੇ ਨਾਲ ਨਾਲ ਆਪਣੀ ਮਿੱਠੀ ਆਵਾਜ਼ ਵਿੱਚ ਕੀਰਤਨ ਵੀ ਕਰਦੇ ਆ। ਫਿਰ ਜਦ ਬਾਬਰ ਦੇ ਆਦਮੀਆਂ ਨੇ ਬਾਬਰ ਨੂੰ ਇਸ ਸੂਫੀ ਫਕੀਰ ਬਾਰੇ ਦੱਸਿਆ ਤਾਂ ਉਹ ਖੁਦ ਦਰਸ਼ਨ ਕਰਨ ਆਇਆ ਤੇ ਭੁੱਲ ਬਖਸ਼ਾਈ ਤੇ ਬਾਬੇ ਨਾਨਕ ਨਾਲ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਚੌਹਾਂ ਉਦਾਸੀਆਂ ਮਗਰੋਂ ਗੁਰੂ ਸਾਹਿਬ ਨੇ ਕਰਤਾਰਪੁਰ ਵਿੱਚ ਆਪਣੇ ਜੀਵਨ ਦੇ ਆਖਰੀ ਪੜਾਅ ਅੰਦਰ ਦਾਖਲ ਹੁੰਦਿਆਂ ਖੇਤੀ ਵਰਗੀ ਕਠਿਨ ਘਾਲਣਾ ਘਾਲ ਕੇ ਤੇ ਆਪਣੇ ਉਮਰ ਭਰ ਪ੍ਰਚਾਰੇ ਗੁਰਮਤਿ ਸਿਧਾਂਤਾਂ ਨੂੰ ਅਮਲੀ ਰੂਪ ਵਿੱਚ ਲਿਆ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਇਹ ਇਲਾਕਾ ਥੋੜਾ ਪਛੜਿਆ ਹੋਇਆ ਸੀ। ਭਾਈ ਅਜਿੱਤਾ ਰੰਧਾਵਾ, ਭਾਈ ਦੋਦਾ ਤੇ ਭਾਈ ਕਰੋੜੀ ਮੱਲ ਤਿੰਨਾਂ ਸਿੱਖਾਂ ਦੀ ਮਦਦ ਨਾਲ ਇਸ ਨੂੰ ਮੁੜ ਵਸਾਇਆ ਗਿਆ। ਧਰਮਸਾਲ ਦੀ ਸਥਾਪਨਾ ਕੀਤੀ, ਜਿੱਥੇ ਸਵੇਰੇ ਸ਼ਾਮ ਕੀਰਤਨ ਹੁੰਦਾ। ਲੰਗਰ ਪ੍ਰਥਾ ਸ਼ੁਰੂ ਕੀਤੀ, ਜਿੱਥੇ ਹਰ ਕੋਈ ਊਚ ਨੀਚ, ਗਰੀਬ ਅਮੀਰ, ਰਾਜਾ ਰੰਕ ਇਕੱਠੇ ਭੋਜਨ ਛਕਦੇ। ਸਤ ਸੰਗੀ ਜਨੋ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਤਨੀ ਉੱਚੀ ਸੁੱਚੀ ਤੇ ਵਿਸ਼ਾਲ ਸੀ, ਜਿੱਥੇ ਆਮ ਪੱਧਰ ਵਾਲਾ ਮਨੁੱਖ ਨਹੀਂ ਪਹੁੰਚ ਸਕਿਆ। ਉਹਨਾਂ ਨੇ ਇਸ ਪੂਰੀ ਸ੍ਰਿਸ਼ਟੀ ਨੂੰ ਇੱਕ ਪਰਿਵਾਰ ਦਾ ਰੂਪ ਦੇ ਦਿੱਤਾ, ਜਿੱਥੇ ਪਵਨ ਗੁਰੂ, ਪਾਣੀ ਪਿਤਾ, ਧਰਤੀ ਮਾਤਾ ਦਿਨ ਰਾਤ ਦੋਨੋਂ ਦਾਈ ਦਾਇਆ, ਜਿਸ ਦੀ ਗੋਦ ਵਿੱਚ ਮਨੁੱਖਤਾ ਸੁਖੀ ਵਸੇ, ਨਿਰਝਿਜਕ ਹੋ ਕੇ ਵਕਤ ਦੇ ਹਾਲਾਤਾਂ ਨੂੰ ਉੱਚੀ ਆਵਾਜ਼ ਵਿੱਚ ਬਿਆਨ ਕੀਤਾ। ਮਨੁੱਖਤਾ ਦੀ ਬਰਾਬਰੀ ਦਾ ਐਲਾਨ ਕੀਤਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸ਼ਬਦ ਗੁਰੂ ਦਾ ਸਿਧਾਂਤ ਦਿੱਤਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਨੁੱਖੀ ਗਿਆਨ ਨੂੰ ਤੰਗ ਦਾਇਰੇ ਵਿੱਚੋਂ ਕੱਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਬਾਰੇ ਸਮਝਾਇਆ। ਸੈਂਕੜੇ ਸਾਲ ਪਹਿਲਾਂ ਲੱਖਾਂ ਪਤਾਲਾਂ, ਆਗਾਸਾਂ, ਬੇਅੰਤ ਸੂਰਜਾਂ, ਚੰਦਰਮਾ ਤੇ ਮੰਡਲਾਂ ਦੀ ਜਾਣਕਾਰੀ ਦਿੱਤੀ। ਕਰਤਾਰਪੁਰ ਛੇਤੀ ਹੀ ਇੱਕ ਅਧਿਆਤਮਿਕ ਕੇਂਦਰ ਬਣ ਗਿਆ। ਬਹੁਤ ਸਾਰੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਇੱਥੇ ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦੇਣੇ ਸ਼ੁਰੂ ਕੀਤੇ। ਇੱਥੇ ਨਾਮ ਸਿਮਰਨ ਬਾਰੇ ਚਰਚਾਵਾਂ ਵੀ ਹੁੰਦੀਆਂ, ਜਿਸ ਨਾਲ ਪ੍ਰਮਾਤਮਾ ਦੇ ਜਾਪ ਦੀਆਂ ਧੁਨਾਂ ਬੁਲੰਦ ਹੋਈਆਂ। ਸਤ ਸੰਗੀ ਜਨੋ, ਕਰਤਾਰਪੁਰ ਰਹਿ ਕੇ ਭਾਵੇਂ ਗੁਰੂ ਸਾਹਿਬ ਨੇ ਕੋਈ ਲੰਬੀ ਯਾਤਰਾ ਨਹੀਂ ਕੀਤੀ ਪਿਆਰਿਓ, ਪਰ ਕਰਤਾਰਪੁਰ ਦੇ ਆਲੇ ਦੁਆਲੇ ਜਾਂਦੇ ਹੀ ਰਹਿੰਦੇ।
जद गुरु साहिब अचल बटाले गए, जिथे शिवरात्रि का मेला लगता सी, तो दर्शकों ने उन्होंने बड़ा ही आदर सत्कार दिता। जो जोगियां नूं चंगा ना लग्या, उन्हां दे मोढी जोगी भंगर नाथ ने पुछया, कहंदे असां तां सुनिया सी कि तुसीं उदासी अख्तियार कर लई है, पर तुसीं तां उदासी त्याग के मुड़ गृहस्थियां वाले कपड़े पा ले आ ते खेतीबाड़ी करन लग पे हो कि ये दुध विच कांजी नहीं। गुरु साहिब ने आख्या कि जोगी नाथ, तुहाडे गुरुआं ने तुहानूं सही राह नहीं दस्या। गृहस्थ त्याग के तुसीं जोगी बन गए हो, पर फिर भी गृहस्थियां दे दम ते पलदे हो ते उन्हां दी मेहनत दी कमाई खांदे हो। फिर वो माड़े ते तुसीं चंगे किवें होए? जोगी बड़ा शर्मिंदा होया। गुरु साहिब दे पावन वचन, हक पराया नानका उस सूर उस गाए, गुरपीर हामा ता भरे, जाओ मुरदार ना खाए। आखो सतनाम श्री वाहिगुरू। सत संगी जनों, अचल बटाले तो गुरु साहिब मुल्तान नूं तुर पे, जिथे उन्होंने मुसलमान पीरां फकीरां नाल विचार वटांदरा कीता ते फिर पहाड़ां वल सियालकोट पहुंचे। इत्थे आप जी का श्रद्धालु मूला रहिंदा सी। उस दे घर जद मिलन गए तो मूले नूं एक कमरे विच बिठा के उसकी घरवाली ने, उसकी पत्नी ने बंद कर दिता, एक कमरे दे विच बिठा दिता ते कहंदी मूला घर नहीं है। मूला उस कमरे विचों बाहर ही ना आया ते उत्थे ही सप लड़न नाल उसकी मौत हो गई। आखो सतनाम श्री वाहिगुरू। सियालकोट कुछ देर रह के वापस करतारपुर आ गए सतगुरु जी। इत्थे ही 1532 ईस्वी विच भाई लहणा जी नाल मिलाप होया। इत्थे ही उन्होंने बाबा बुढ़ा जी मिले। करतारपुर दे नेड़े ही जद गुरु साहिब रावी पार जाते, 12 साल का लड़का जिसका नाम बूढ़ा सी, आप जी नूं मिलिया ते दुध दा छन्ना पेश किया। बचपन विच ही बड़ियां अध्यात्मिक गल्लां करदा, गुरु साहिब ने उसका नाम बाबा बुढ़ा रख दिता। वो 7वीं जोत तक गुरु घर नाल जुड़िया रहा ते बड़ी प्यार ते लगन नाल सेवा करता रहा। इत्थे ही उन्होंने भाई लहणा जी नूं गुरगद्दी दिती। गुरु साहिब दे माता पिता का देहांत भी इत्थे ही होया। सत संगी जनों, भाई मरदाना जी लगभग 47 साल गुरु साहिब दे नाल रहे। वैसे कईयां ने 54 साल का जिक्र किया है। खैर संमत 1596 विच यानी 1539 ईस्वी विच 70 साल 5 महीने ते 3 दिन अपनी उम्र भोग के गुरु साहिब ज्योति जोत समा गए। आखो सतनाम श्री वाहिगुरू। सतगुर नानक प्रगटिया, मिट्टी धुंध जग चानण होआ। ज्यों कर सूरज निकलिया, तारे छपे अंधेर पलोआ। आप सबनों धन श्री गुरु नानक देव जी दे अवतार दिहाड़े दियां कोटान कोट मुबारकां। सतगुरु कृपा करन, होइयां भुलां दी माफ़ी बख्शो आग्या, बुलाओ फतेह। आखो गज के वाहिगुरू जी का खालसा, वाहिगुरू जी की फतेह।